ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਕੋਟਕਪੂਰਾ ਗੋਲੀकांड ਦੇ ਮਾਮਲੇ ਵਿੱਚ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਿੱਚ ਬਣਾਈ ਗਈ ਐਸਆਈਟੀ ਵੱਲੋਂ ਫਰੀਦਕੋਟ ਦੀ ਅਦਾਲਤ ਵਿੱਚ 7000 ਪੰਨਿਆਂ ਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਤੇ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਸ਼ਾਮਿਲ ਹੈ ਤੇ ਕੋਟਕਪੂਰਾ ਮਾਮਲੇ ਵਿੱਚ ਪੇਸ਼ ਕੀਤੇ ਗਏ ਚਲਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਐਸਆਈਟੀ ਵੱਲੋਂ ਪੇਸ਼ ਕੀਤੇ ਗਏ ਚਲਾਨ ਅਤੇ ਆਪਣੀ ਹੀ ਸਰਕਾਰ ਤੇ ਵੱਡੇ ਸਵਾਲ ਚੁੱਕੇ ਹਨ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ 4 ਮਹੀਨੇ ਪਹਿਲਾਂ ਹੀ ਬਹਿਬਲ ਕਲਾਂ ਵਿੱਚ ਕਹਿ ਦਿੱਤਾ ਸੀ ਕਿ ਫਰੈਂਡਲੀ ਚਲਾਨ ਪੇਸ਼ ਕੀਤਾ ਜਾਵੇਗਾ ਤੇ ਅਦਾਲਤ ਵਿੱਚ ਇਹ ਮਾਮਲਾ ਜਾਵੇਗਾ ਤੇ 2-4 ਤਰੀਕਾਂ ਬਾਅਦ ਹੀ ਦੋਸ਼ੀ ਪਰਿਵਾਰ ਕਹੇਗਾ ਅਸੀਂ ਨਿਰਦੋਸ਼ ਹਾਂ। ਉਹਨਾਂ ਨੇ ਚੈਲੰਜ ਕਰਦੇ ਕਿਹਾ ਕਿ ਦੋਸ਼ੀਆਂ ਨੂੰ ਬਰੀ ਕਰਾਉਣ ਲਈ ਹੋਣਾ ਇਹੀ ਹੈ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ ਤੇ ਪੂਰੀ ਆਵਾਮ ਵੀ ਇੱਥੇ ਹੈ। ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇੰਟਰਵਿਊ ਦੌਰਾਨ ਇਹ ਵੀ ਕਿਹਾ ਕਿ ਬਹਿਬਲ ਕਲਾਂ ਗੋਲੀकांड ਦਾ ਇਨਸਾਫ ਨਹੀਂ ਮਿਲਣਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਤੇ ਹੁਣ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਲਗਾਉਣ ਦੀ ਸ਼ੁਰੂਆਤ ਕਰਵਾਈ ਗਈ ਹੈ। ਉਹਨਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਦਫ਼ਤਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿਣ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਗੱਲਬਾਤ ਕਰਦੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਦਾ ਕੰਮ ਸਮੇਂ ਸਿਰ ਹੋ ਸਕੇ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਲੋਕਾਂ ਰਾਹੀਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਕਿ ਵੱਖ-ਵੱਖ ਦਫ਼ਤਰਾਂ ਦਾ ਸਟਾਫ ਟਾਈਮ ਤੇ ਹਾਜ਼ਰ ਨਹੀਂ ਹੁੰਦਾ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਫ਼ਤਰ ਦੇ ਕਰਮਚਾਰੀਆਂ ਦੀ ਹਾਜ਼ਰੀ ਦਾ ਰਿਕਾਰਡ ਰੱਖਿਆ ਜਾਵੇਗਾ ਤੇ ਦਫ਼ਤਰ ਲੇਟ ਪਹੁੰਚਣ ਵਾਲੇ ਕਰਮਚਾਰੀਆਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਹੋਲੇ ਮਹੱਲੇ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਨੂੰ 2 ਵੱਡੇ ਤੋਹਫੇ ਦਿੱਤੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਹਨਾਂ ਵਿੱਚੋਂ ਪਹਿਲਾਂ ਖਸਤਾ ਹਾਲਤ ਹੋ ਚੁੱਕੀ ਹੈ ਕਿ ਕਿਸਾਨ ਹਵੇਲੀ ਅਨੰਦਪੁਰ ਸਾਹਿਬ ਦੇ ਕੋਰੀਡੋਰ ਲਾਈਟਨਿੰਗ ਤੇ ਰੈਨੋਵੇਸ਼ਨ ਲਈ 1,78,29,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਅਗਮਪੁਰ ਦੀ ਮੰਡੀ ਦੀ ਸਟੀਲ ਕਵਰ ਸ਼ੈੱਡ ਲਈ 87,50,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਆਉਣ ਵਾਲੇ ਸਾਉਣ ਦੇ ਬਿਜਾਈ ਸੀਜ਼ਨ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਲਈ ਜਲਦੀ ਹੀ ਸਮਾਂ ਸੀਮਾ ਤੈਅ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਸਾਲ 2024 ਦੇ ਸਾਉਣੀ ਸੀਜ਼ਨ ਤੋਂ ਇਸ ਯੋਜਨਾ ਨੂੰ ਲਾਗੂ ਕਰਨ ਬਾਰੇ ਸੋਚ ਰਹੀ ਸੀ। ਸਾਉਣੀ ਦੀਆਂ ਫਸਲਾਂ ਜਿਵੇਂ ਕਿ ਝੋਨਾ ਜੂਨ ਮਹੀਨੇ ਦੇ ਆਸ-ਪਾਸ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਦੌਰਾਨ ਬੀਜਿਆ ਜਾਂਦਾ ਹੈ ਅਤੇ ਸਤੰਬਰ ਅਤੇ ਅਕਤੂਬਰ 2 ਮਹੀਨਿਆਂ ਦੌਰਾਨ ਇਸ ਸੀਜ਼ਨ ਦੇ ਅਖੀਰ ਵਿੱਚ ਇਸ ਦੀ ਕਟਾਈ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਨੂੰ ਲਾਗੂ ਕਰਨ ਦੇ 8 ਸਾਲਾਂ ਬਾਅਦ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਾਲ 700 ਕਰੋੜ ਰੁਪਏ ਖਰਚਾ ਰੱਖ ਕੇ ਇਸ ਸਕੀਮ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਇਸ ਦਾ ਐਲਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 10 ਮਾਰਚ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਦਾ ਕਹਿਣਾ ਹੈ ਕਿ ਅਸੀਂ ਜਲਦੀ ਹੀ ਇਸ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਇਆ। ਗਵਰਨਰ ਦੇ ਸੰਬੋਧਨ ਨਾਲ ਸੈਸ਼ਨ ਦੀ ਸ਼ੁਰੂਆਤ ਹੋਈ। ਪੰਜਾਬ ਗਵਰਨਰ BL ਪੁਰੋਹਿਤ ਨੇ ਸਰਕਾਰ ਦੇ ਪ੍ਰਸਤਾਵਿਕ ਕੰਮਾਂ ਦੀ ਜਾਣਕਾਰੀ ਦਿੱਤੀ ਪਰ ਇਸ ਵਿੱਚ ਵਿਰੋਧੀ ਧਿਰਾਂ ਨੇ ਪੰਜਾਬ ਸੰਬੰਧੀ ਕਈ ਮੁੱਦਿਆਂ ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਰਾਜਪਾਲ ਦੇ ਸੰਬੋਧਨ ਵਿੱਚ ਹੀ ਪੰਜਾਬ ਕਾਂਗਰਸ ਦੇ ਵਿਧਾਇਕ ਵਾਕਆਊਟ ਕਰਕੇ ਸਦਨ ਤੋਂ ਬਾਹਰ ਨਿਕਲ ਗਏ। ਰਾਜਪਾਲ ਨੇ ਸੰਬੋਧਨ ਦੌਰਾਨ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਕਿਹਾ ਕਿ ਉਹਨਾਂ ਕੋਲ ਸਵਾਲ ਤੇ ਗੱਲਬਾਤ ਦਾ ਖੁੱਲ੍ਹਾ ਸਮਾਂ ਹੈ, ਇਸ ਕਾਰਨ ਪਹਿਲਾਂ ਉਹਨਾਂ ਨੂੰ ਆਪਣਾ ਸੰਬੋਧਨ ਪੂਰਾ ਕਰਨਾ ਦਿੱਤਾ ਜਾਵੇ। ਪਰ ਕਾਂਗਰਸੀ ਵਿਧਾਇਕ ਹੰਗਾਮਾ ਕਰਦੇ ਹੋਏ ਸਦਨ ਤੋਂ ਵਾਕਆਊਟ ਕਰ ਗਏ। ਰਾਜਪਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਉਹ ਆਪਣੀ ਸਰਕਾਰ ਤੋਂ ਜੋ ਵੀ ਜਾਣਕਾਰੀ ਮੰਗਣਗੇ ਉਹਨਾਂ ਨੂੰ ਮਿਲੇਗੀ। ਕੈਨੇਡਾ ਵਿੱਚ ਵਸੇ 10 ਲੱਖ ਪੰਜਾਬੀ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ 6 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਇਟਾਲੀਅਨ ਨਿਊਜ਼ 에ਅਰਲਾਈਨਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਮਿਲਾਨ 에ਅਰਪੋਰਟ ਤੇ ਰੁਕ ਕੇ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੇ ਜਾਵੇਗੀ। ਜਾਣਕਾਰੀ ਮੁਤਾਬਿਕ ਇਹ 에ਅਰਲਾਈਨ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3:15 ਤੇ ਰਵਾਨਾ ਹੋਵੇਗੀ। 4 ਘੰਟੇ ਮਿਲਾਨ ਵਿੱਚ ਰੁਕਣ ਮਗਰੋਂ ਫਲਾਈਟ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ 에ਅਰਪੋਰਟ ਤੇ ਲੈਂਡ ਕਰੇਗੀ। ਇਹ ਦੂਰੀ 21 ਘੰਟੇ 15 ਮਿੰਟ ਵਿੱਚ ਤੈਅ ਹੋਵੇਗੀ। ਫਲਾਈਟ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ਼੍ਰੀ ਰਾਮਦਾਸ 에ਅਰਪੋਰਟ ਲਈ ਰਵਾਨਾ ਹੋਵੇਗੀ। ਇਸ ਨਾਲ ਕੈਨੇਡਾ ਦੇ ਲਗਭਗ 10 ਲੱਖ ਪੰਜਾਬੀ ਮੂਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਸਿੱਧੂ ਮੂਸੇਵਾਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਮੂਸੇਵਾਲੇ ਦੀ ਪਹਿਲੀ ਬਰਸੀ ਤੇ ਭਾਰੀ ਇਕੱਠ ਹੋਵੇਗਾ, ਇਸ ਨੂੰ ਦੇਖਦੇ ਹੋਏ ਬਹੁਤੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਹੰਗਾਮੇ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ
ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਬਾਜਵਾ ਨੇ ਕਿਹਾ ਕਿ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਕਹਿ ਰਹੇ ਹਨ ਕਿ ਮੇਰੀ ਸਰਕਾਰ, ਪਰ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਇਹ ਤਾਂ ਮੰਨਣ ਕਿ ਉਹ ਰਾਜਪਾਲ ਹਨ। ਬਾਜਵਾ ਨੇ ਕਿਹਾ ਕਿ ਰਾਜਪਾਲ ਨੇ ਪੱਤਰ ਵਿੱਚ 5 ਸਵਾਲ ਪੁੱਛੇ ਹਨ ਪਰ ਸੀਐਮ ਮਾਨ ਨੇ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਰਾਜਪਾਲ ਨੇ ਸਵੀਕਾਰ ਕੀਤਾ ਹੈ ਕਿ ਉਹ ਮੌਜੂਦਾ ਸਰਕਾਰ ਨੂੰ ਆਪਣੀ ਸਰਕਾਰ ਨਹੀਂ ਮੰਨਦੇ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਨਸ਼ਾ ਦੇ ਮੁੱਦੇ ਤੇ ਵਿਸ਼ੇਸ਼ ਮੁਹਿੰਮ ਚਲਾਉਣ ਦੀ ਗੱਲ ਕਹੀ ਹੈ, ਜਦੋਂ ਕਿ ਰਾਜਪਾਲ ਨੇ ਡੀਜੀਪੀ ਤੇ ਸੀਐਮ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕਰਦਿਆਂ ਕਿਹਾ ਸੀ ਕਿ ਪੰਜਾਬ ਵਿੱਚ ਨਸ਼ੇ ਇੰਨੇ ਖੁੱਲੇ ਤੌਰ ਤੇ ਉਪਲਬਧ ਹਨ ਕਿ ਇਹ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਮਿਲ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਰਾਜਪਾਲ ਦਾ ਸੰਬੋਧਨ ਜ਼ਬਰਦਸਤੀ ਪੜਾਇਆ ਗਿਆ ਹੈ। ਉਹਨਾਂ ਨੇ ਭਗਵੰਤ ਮਾਨ ਨੂੰ ਗੈਰ ਜ਼ਿੰਮੇਵਾਰ ਤੇ ਗੈਰ ਤਜਰਬੇਕਾਰ ਮੁੱਖ ਮੰਤਰੀ ਕਰਾਰ ਦਿੱਤਾ ਹੈ। ਅੱਜ ਲਾਅ ਐਂਡ ਆਰਡਰ ਦੇ ਵਿਰੋਧੀ ਜਿਹੜੇ ਆ ਉਹ ਉਂਗਲਾਂ ਚੱਕ ਰਹੇ ਨੇ ਕਿ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਲਾਅ ਐਂਡ ਆਰਡਰ ਅੱਜ ਦੇ ਦਿਨ ਤਾਂ ਕੋਈ ਖਰਾਬ ਹੋ ਨਹੀਂ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਜੇ ਖਰਾਬ ਹੋਈ ਆ, ਜਿਹੜਾ ਮਾਹੌਲ ਪੰਜਾਬ ਦਾ ਕ੍ਰੀਏਟ ਕੀਤਾ ਗਿਆ, ਜਿਹੜੇ ਸਰਕਮਸਟੈਂਸਸ ਅੱਜ ਬਣ ਗਏ ਨੇ, ਉਹ ਸਰਕਮਸਟੈਂਸਸ ਨੂੰ ਜੇ ਕੋਈ ਲੈ ਕੇ ਆਇਆ ਇੱਥੇ ਤਾਂ ਦੈਟ ਜਿਹੜਾ ਉਹਦਾ ਰੀਜ਼ਨ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਰਹਿ ਗਈਆਂ। ਸੋ ਕੱਲਾ ਇਹ ਨਹੀਂ ਕਿਹਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਲਾਅ ਐਂਡ ਆਰਡਰ ਖਰਾਬ ਹੋ ਗਿਆ। ਸਰਕਾਰ ਤਾਂ ਹੁਣ ਬਣੀ ਹੈ, ਲਾਅ ਐਂਡ ਆਰਡਰ ਕਿੱਦੇ ਸਹੀ ਸੀਗਾ, ਕਿੱਦੇ ਪੰਜਾਬ ਦੀ ਸਥਿਤੀ ਸਹੀ ਚੱਲਦੀ ਸੀਗੀ। ਇਹ ਤਾਂ ਜਿਹੜੇ 15-15 ਸਾਲ 10-10 ਸਾਲ ਲਗਾਤਾਰ ਇੱਥੇ ਰਹਿ ਗਏ, ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ। ਅੱਜ ਕਮੈਂਟ ਕਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਾਅ ਐਂਡ ਆਰਡਰ ਖਰਾਬ ਆ, ਬਈ ਤੁਸੀਂ ਕਿੱਥੇ ਸੁੱਤੇ ਪਏ ਸੀ। ਇਹ ਜਿਹੜਾ ਮਾਹੌਲ ਸਿਰਜਿਆ ਹੋਇਆ, ਜਿਹੜੇ ਹਾਲਾਤ ਬਣਾਏ ਹੋਏ ਆ, ਜਿਹੜੇ ਪੰਜਾਬ ਦੇ ਸਰਕਮਸਟੈਂਸਸ ਇਸ ਵੇਲੇ ਪ੍ਰੈਜ਼ੈਂਟ ਕਰ ਦਿੱਤੇ ਗਏ ਨੇ, ਦਿਖਾ ਦਿੱਤੇ ਗਏ ਨੇ, ਇਹ ਸਾਰੇ ਉਹਨਾਂ ਦੇ ਕ੍ਰੀਏਟ ਕੀਤੇ ਹੋਏ ਜਿਹੜੇ ਅੱਜ ਸਵਾਲ ਚੱਲ ਰਹੇ ਨੇ। ਮੈਂ ਤਾਂ ਉਹੀ ਗੱਲ ਕਹੀ ਆ, ਭਾਵੇਂ ਅੱਜ ਅਜਨਾਲਾ ਵਾਲਾ ਇਸ਼ੂ ਹੋ ਰਿਹਾ, ਭਾਵੇਂ ਬਾਕੀ ਕਈ ਥਾਵਾਂ ਤੇ ਕਿਤੇ ਵੀ ਕੋਈ ਘਟਨਾ ਵਾਪਰਦੀ ਆ, ਤਾਂ ਇਹਦਾ ਰੀਜ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ। ਠੀਕ ਆ, ਸਰਕਾਰ ਨੂੰ ਇੱਕ ਆਪਣੇ ਉਹਦੇ ਤੇ ਚੜ੍ਹਨ ਦੇ ਲਈ, ਪਲੇਟਫਾਰਮ ਤੇ ਚੜ੍ਹਨ ਦੇ ਲਈ, ਹਾਲਾਤਾਂ ਨੂੰ ਮੋਲਡ ਕਰਨ ਦੇ ਲਈ ਟਾਈਮ ਲੱਗਦਾ, ਪਰ ਜਿਹੜੇ ਇੰਨੇ ਸਾਲ ਰਹਿ ਗਏ ਉਹ ਕਿੱਥੇ ਸੁੱਤੇ ਪਏ ਸੀ ਬਈ? ਅੱਜ ਉਹ ਸਵਾਲ ਕਰਦੇ ਨੇ ਕਿਉਂ ਨਹੀਂ ਪੰਜਾਬ ਕੈਪੇਬਲ ਵੀ? ਕਿੱਥੇ ਲੱਗਦਾ ਕਿੱਥੇ ਕਮੀ ਆ? ਇੱਕ ਗੱਲ ਜ਼ਰੂਰ ਆ ਕਿ ਭਾਵੇਂ ਉਹ ਪੁਲਿਸ ਡਿਪਾਰਟਮੈਂਟ ਰਿਹਾ, ਭਾਵੇਂ ਬਾਕੀ ਸਾਰੇ ਡਿਪਾਰਟਮੈਂਟ ਰਹੇ, ਆਈ ਮੀਨ ਕੋਈ ਵੀ ਲੈ ਲਓ, ਹੈਨਾ, ਖੇਤੀਬਾੜੀ ਲੈ ਲਓ, ਮੁਲਾਜ਼ਮਾਂ ਦਾ ਲੈ ਲਓ, ਡਾਕਟਰਾਂ ਦਾ ਲੈ ਲਓ, ਜਿੱਥੇ ਅੱਜ ਤੱਕ ਸਰਕਾਰਾਂ ਨੇ ਭਰਤੀਆਂ ਕੀਤੀਆਂ ਹੀ ਨਹੀਂ। ਤਾਂ ਇਹ ਗੱਲ ਜ਼ਰੂਰ ਹੈਗੀ ਆ। ਅੱਜ ਥਾਣਿਆਂ ਦੇ ਵਿੱਚ ਜਦੋਂ ਪਤਾ ਕਰਦੇ ਆ ਨਾ, ਕਈ ਵਾਰੀ ਫੋਰਸ ਦੀ ਲੋੜ ਹੁੰਦੀ ਆ ਤਾਂ ਉੱਥੇ ਇੱਕ ਕਮੀ ਪਾਈ ਜਾਂਦੀ ਆ, ਤਾਂ ਸਰਕਾਰਾਂ ਕਿਹਦੀਆਂ ਸੀ, ਫਿਰ ਗੱਲ ਉੱਥੇ ਜਾਂਦੀ ਹੈ। ਭਈ ਅਕਾਲੀ ਦਲ ਤੁਸੀਂ ਰਹਿ ਗਏ ਇੱਥੇ, ਕਾਂਗਰਸ ਵਾਲੇ ਤੁਸੀਂ ਰਹਿ ਗਏ ਇੱਥੇ, ਬੰਦੇ ਤੁਸੀਂ ਭਰਤੀ ਨਹੀਂ ਕਰ ਸਕੇ, ਮੁਲਾਜ਼ਮ ਤੁਸੀਂ ਭਰਤੀ ਨਹੀਂ ਕਰ ਸਕੇ, ਤੇ ਤੁਸੀਂ ਦੋਸ਼ ਦਿੰਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਦੋਸ਼ ਦਿੰਦੇ ਹੋ ਤੁਸੀਂ ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ। ਦੈਟ ਇਜ਼ ਟੋਟਲੀ ਰੋਂਗ। ਪਹਿਲਾਂ ਆਪਣੇ ਬਣੀ ਦੇਖੋ, ਤੁਹਾਨੂੰ ਇਹ ਭਰਤੀਆਂ ਕਰਨੀਆਂ ਚਾਹੀਦੀਆਂ ਸੀਗੀਆਂ ਤਾਂ ਅੱਜ ਇੱਥੇ ਪੰਜਾਬ ਦੇ ਹਾਲਾਤ ਨਹੀਂ ਹੋਣੇ ਸੀ। SIT ਦੀ ਰਿਪੋਰਟ ਮੈਂ ਪਹਿਲਾਂ ਵੀ ਬੋਲ ਚੁੱਕਿਆ ਸੀ ਕਿ ਜੋ SIT ਜੋ ਚਲਾਨ ਦੇਣਾ ਹੈ, ਮੈਂ ਪਹਿਲਾਂ 4 ਮਹੀਨਾ ਪਹਿਲਾਂ ਬਹਵਲ ਕਲਾ ਦੇ ਵਿੱਚ ਹੀ ਮੈਂ ਬੋਲ ਚੁੱਕਿਆ ਸੀ ਕਿ ਇਹ ਫ੍ਰੈਂਡਲੀ ਚਲਾਨ ਦੇਣਗੇ ਦੋਸ਼ੀ ਪਰਿਵਾਰ ਨੂੰ ਬਰੀ ਕਰਾਉਣ ਵਾਸਤੇ। ਅਦਾਲਤ ਦੇ ਵਿੱਚ ਮਸਲਾ ਜਾਏਗਾ, 2-4 ਡੇਟ ਤੇ ਹੀ ਜਾ ਕੇ ਖਤਮ ਹੋ ਜਾਣਾ ਹੈ। ਦੋਸ਼ੀ ਪਰਿਵਾਰ ਕਹੇਗਾ ਕਿ ਅਸੀਂ ਨਿਰਦੋਸ਼ ਹੋ ਗਏ ਜੀ। ਇਹ ਮੈਂ 4 ਮਹੀਨਾ ਪਹਿਲਾਂ ਕਹਿ ਦਿੱਤਾ ਸੀ। ਹੋਣਾ ਇਹੀ ਹੈ ਜੀ। ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ, ਆਵਾਮ ਵੀ ਇੱਥੇ ਹੈ, ਤੁਸੀਂ ਦੇਖ ਲੈਣਾ ਇਹੀ ਹੋਣਾ। ਗਵਰਨਰ ਐਡਰੈਸ ਦੇ ਵਿੱਚ ਜਿਹੜੀ ਆਪੋਜੀਸ਼ਨ ਪਾਰਟੀ ਆ ਉਹ ਉੱਥੇ ਵਿੱਚ ਕਿੰਤੂ ਪਰੰਤੂ ਕਰ ਰਹੀ ਆ। ਹਾਲਾਂਕਿ ਗਵਰਨਰ ਦੇ ਭਾਸ਼ਣ ਤੇ ਬਾਅਦ ਚ ਬੋਲਣ ਦਾ ਸਮਾਂ ਜਿਹੜਾ ਦਿੱਤਾ ਜਾਂਦਾ ਹੈ, ਪਰ ਐਡੀ ਪਤਾ ਨਹੀਂ ਕੀ ਕਾਲ ਪੈ ਗਈ ਸੀ ਜਿਹੜੇ ਉਹ ਵਿੱਚੇ ਕਿੰਤੂ ਪਰੰਤੂ ਕਰਕੇ ਉਹ ਜਿਹੜਾ ਉੱਠ ਕੇ ਵਾਕਆਊਟ ਕਰਕੇ ਚਲੇ ਗਏ। ਤਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਸਾਰਾ ਕੁਝ ਦੇਖ ਰਹੇ ਨੇ ਕਿ ਸਰਕਾਰ ਕੀ ਕਰ ਰਹੀ ਆ, ਆਪੋਜੀਸ਼ਨ ਕੀ ਕਰ ਰਹੀ ਆ। ਸੋ ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਪੋਜੀਸ਼ਨ ਹੈ ਜਿਹੜੀ ਉਹਦੇ ਲਵੇ ਕਹਿਣ ਨੂੰ ਕੁਝ ਨਹੀਂ ਹੈ, ਸਿਰਫ ਆਪਦੀ ਚਮੜੀ ਬਚਾਉਣ ਕਰਕੇ ਉਹ ਜਿਹੜਾ ਸਦਨ ਦੇ ਵਿੱਚੋਂ ਆ ਵਾਕਆਊਟ ਕਰਕੇ, ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਕਰਕੇ ਜਿਹੜੇ ਬਾਹਰ ਚਲੇ ਗਏ। ਪਰ ਉਹ ਕਹਿੰਦੇ ਨੇ ਭਰੋਸਾ ਨਹੀਂ ਜਤਾਇਆ ਕਿ ਅਸੀਂ ਜਿਹੜੇ 5 ਸਵਾਲਾਂ ਦਾ ਜਵਾਬ ਦੇਵਾਂਗੇ। ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਭਰੋਸਾ ਦਿਵਾਇਆ ਜਾਵੇ ਵਿਧਾਨ ਸਭਾ ਦੇ ਵਿੱਚ। ਸਰ ਬੈਠਦੇ ਤਾਂ ਸਹੀ, ਐਡੀ ਕਾਹਲ ਕੀ ਸੀ ਜਿਹੜਾ ਉਹ 5-10 ਮਿੰਟ ਵੀ ਨਹੀਂ ਬੈਠੇ, 10 ਮਿੰਟਾਂ ਦੇ ਵਿੱਚ ਉੱਠ ਕੇ ਚਲੇ ਗਏ। ਬੈਠਦੇ, ਸੁਣਦੇ, ਸਾਰਾ ਕੁਝ ਸੁਣਦਾ ਬਣਦਾ ਸੀਗਾ। ਜੇ ਸਾਡੇ 'ਚ ਪੇਸ਼ੈਂਸ ਹੀ ਨਹੀਂ ਹੋਣਗੇ ਤਾਂ ਕਿਵੇਂ ਚੱਲੂਗੀ ਕਹਾਣੀ? ਪੇਸ਼ੈਂਸ ਰੱਖਦੇ, ਜਦੋਂ ਗਵਰਨਰ ਦੇ ਐਡਰੈਸ ਤੇ ਬਾਕਾਇਦਾ ਡਿਬੇਟ ਹੋਣੀ ਸੀ ਉਦੋਂ ਆਪਣੀ ਗੱਲ ਰੱਖ ਸਕਦੇ ਸੀ, ਪਰ ਉਹਨਾਂ ਉੱਥੇ ਤੱਕ ਵੇਟ ਕਰਨ ਦੀ ਉਹਨਾਂ ਨੇ ਜ਼ਹਿਮਤ ਨਹੀਂ ਉਠਾਈ ਔਰ ਉੱਠ ਕੇ ਚੱਲਦੇ ਬਣੇ। ਸੋ ਇਸ ਕਰਕੇ ਜਿਹੜੀ ਆਪੋਜੀਸ਼ਨ है वो बिल्कुल निकम्मी साबित हुई है। सर एक सवाल ये कि सेंट्रल फोर्सेज यहाँ डिप्लॉय हो रही हैं भगवंत मान ਇਹਦੇ ਬਾਰੇ ਹਜੇ मैं एक बड़ा इंपॉर्टेंट प्राइवेट मैंबर्स बिल मूव किया स्पीकर साहब ਨੂੰ ਪ੍ਰਤਾਪ ਸਿੰਘ ਬਾਜਵਾ से दोनों इकट्ठे होके
ਦੇ ਕੇ ਆਏ ਸੀ ਕਿ ਕੋਈ ਵੀ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦੇ ਉੱਤੇ ਸ਼ਰਤਾਂ ਲਾਈਆਂ ਜਾਣ। ਜੀ ਸਦਕੇ ਆਮਦਨ ਲੈਣ, ਕਮਾਈ ਕਰਨ, ਲੇਕਿਨ ਇੱਥੋਂ ਦੇ ਬਿਸ਼ੰਦੇ ਨਾ ਬਣ ਸਕਣ ਪੱਕੇ ਤੌਰ ਤੇ। ਉਹ ਮੈਨੂੰ ਪ੍ਰਾਈਵੇਟ ਮੈਂਬਰਸ ਬਿੱਲ ਨਜ਼ਰ ਹੀ ਨਹੀਂ ਆਇਆ ਕਿਤੇ। ਬਸ ਇੱਥੋਂ ਪਤਾ ਲੱਗ ਜਾਏਗਾ ਕਿ ਇਹ ਪੰਜਾਬ ਹਿਤੈਸ਼ੀ ਨੇ ਜਾਂ ਇਹ ਗੈਰ ਪੰਜਾਬੀ ਨੇ, ਕਿਉਂਕਿ ਇਹਨਾਂ ਨੂੰ ਕੇਜਰੀਵਾਲ ਦਾ ਦਬਾਅ ਰਹਿਣਾ ਵਾ ਕਿ ਇਹ ਬਿੱਲ ਕਦੀ ਨਹੀਂ ਪਾਸ ਹੋਣ ਦੇਵੇਗਾ ਇਹਨਾਂ ਦਾ ਚਿਹਰਾ ਬੇਨਕਾਬ ਕਰਨ ਵਾਸਤੇ। ਔਰ ਇਹ ਬੜਾ ਇੰਪੋਰਟੈਂਟ ਬਿੱਲ ਆ ਕਿਉਂਕਿ ਸਾਡੀ ਆਇਡੈਂਟੀਟੀ ਕ੍ਰਾਈਸਿਸ ਹੋ ਰਿਹਾ। ਸਾਡੇ ਬੱਚੇ ਲੱਖਾਂ ਦੀ ਤਾਦਾਦ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਸਾਡੀ ਪੌਣੇ 3 ਕਰੋੜ ਆਬਾਦੀ ਚੋਂ 50 ਲੱਖ ਯਾਨੀ ਕਿ 1/6 ਪੋਪੂਲੇਸ਼ਨ ਹੈਜ਼ ਆਲਰੇਡੀ ਮਾਈਗ੍ਰੇਟਡ ਅਬਰੋਡ ਟੂ ਵੇਰੀਅਸ ਡਿਫਰੈਂਟ ਕੰਟਰੀਜ਼ ਆਫ ਦ ਵਰਲਡ। ਉਹਨਾਂ ਨੂੰ ਰੋਕਣ ਵਾਸਤੇ, ਆਪਣੀ ਆਇਡੈਂਟੀਟੀ ਬਚਾਉਣ ਵਾਸਤੇ, ਜਿੱਦਾਂ ਹਿਮਾਚਲ ਪ੍ਰਦੇਸ਼ ਨੇ 1972 ਵਿੱਚ ਜਿਹੜਾ ਟੈਨੈਂਸੀ ਐਕਟ ਨੂੰ ਅਮੈਂਡ ਕਰਕੇ ਉਹ ਸ਼ਰਤਾਂ ਰੱਖੀਆਂ ਨੇ ਕਿ ਜਿਹੜਾ ਵੀ ਬੰਦਾ ਬਾਹਰੋਂ ਆਵੇਗਾ ਨਿਵੇਸ਼ ਵੀ ਕਰ ਸਕਦਾ, ਲੋਕਲ ਬਿਸ਼ੰਦਾ ਵੀ ਬਣ ਸਕਦਾ ਕਿ ਆ ਸਾਡੀਆਂ ਕੰਡੀਸ਼ਨਸ ਫੁੱਲਫਿਲ ਕਰੇ। ਉਹਦੇ ਨਾਲ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਹੈ, ਜਿਹੜਾ ਡੈਮੋਗ੍ਰਾਫਿਕ ਸਿਚੁਏਸ਼ਨ ਹੈ, ਉਹਦਾ ਬਚਾਅ ਕਰ ਸਕਾਂਗੇ। ਇਹਦਾ ਇਮਤਿਹਾਨ ਹੋਵੇਗਾ ਲਵਲੀ ਯੂਨੀਵਰਸਿਟੀ ਦਾ ਪੰਚਾਇਤ ਲੈਂਡ ਗ੍ਰੈਬਿੰਗ ਦਾ ਮੁੱਦਾ, ਡਰੱਗਸ ਦਾ ਮੁੱਦਾ, ਬੇਅਦਬੀਆਂ ਦਾ ਮੁੱਦਾ ਕੰਟੀਨਿਊ ਚੱਲਦਾ ਵਾ ਕਿਉਂਕਿ ਜਿਹੜਾ ਡੇਰਾ ਸੱਚਾ ਸੌਦਾ ਦੀ ਸ਼ਮੂਲੀਅਤ ਸੀ ਨਾ ਜੀ, ਜਿਹੜਾ ਗੁਰੂ ਸਾਹਿਬ ਦੀ ਪੋਸ਼ਾਕ ਪਹਿਨੀ ਸੀ 2007 ਵਿੱਚ, ਉਹ ਮੁਕੱਦਮਾ ਅਕਾਲੀ ਦਲ ਨੇ ਕਿਸ ਤਰ੍ਹਾਂ 2012 ਦੇ ਵਿੱਚ ਉਸ ਨੂੰ ਖੁਰਦ-ਬੁਰਦ ਕੀਤਾ ਔਰ ਉਹਦੇ ਕਰਕੇ ਸਾਰੀਆਂ ਬੇਅਦਬੀਆਂ ਹੋਈਆਂ। ਉਹਦੀ ਨਾਮਜ਼ਦਗੀ ਇੰਪੋਰਟੈਂਟ ਹੈ। ਮੋੜ ਬੋਮ ਪਲਾਸ ਦੀ ਅੱਜ ਤੱਕ ਕੋਈ ਗੱਲ ਨਹੀਂ ਕਰ ਰਿਹਾ। ਡਰੱਗਸ ਦੀਆਂ 3 ਰਿਪੋਰਟਸ ਜਿਹਦੇ ਵਿੱਚ ਵੱਡੇ ਵੱਡੇ ਮਗਰਮੱਛ ਨੇ, ਇਹ ਸਾਰੀਆਂ ਗੱਲਾਂ ਉੱਥੇ ਅੱਜ ਜੋ ਅਸੀਂ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਸੀ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਕੁਆਲਿਟੀ ਐਜੂਕੇਸ਼ਨ ਮਿਲੂਗੀ, ਉਹਨਾਂ ਨੂੰ ਵਰਲਡ ਕਲਾਸ ਐਜੂਕੇਸ਼ਨ ਮਿਲੂਗੀ। ਅਸੀਂ ਪੜ੍ਹਨ ਦੇ ਤੇ ਪੜ੍ਹਾਉਣ ਦੇ ਪੁਰਾਣੇ ਤਰੀਕਿਆਂ ਨੂੰ ਅਸੀਂ ਅਪਡੇਟ ਕਰਾਂਗੇ, ਬਦਲਾਂਗੇ। ਉਸੇ ਕੜੀ ਦੇ ਵਿੱਚ ਅੱਜ ਜਿਹੜਾ ਪ੍ਰਿੰਸੀਪਲਸ ਦਾ ਦੂਜਾ ਬੈਚ 30 ਪ੍ਰਿੰਸੀਪਲਸ ਦਾ ਦੂਜਾ ਬੈਚ ਅੱਜ ਸਿੰਗਾਪੁਰ ਲਈ ਰਵਾਨਾ ਹੋਇਆ। ਹੁਣ ਤੱਕ ਆਪਣੇ ਸਕੂਲ ਦੇ ਵਿੱਚ ਆਪਣੀ ਤਨਖਾਹ ਚੋਂ 7 ਲੱਖ ਰੁਪਈਆ ਡੋਨੇਟ ਕਰ ਚੁੱਕੇ ਹਾਂ, ਸਕੂਲ ਦੇ ਵਿੱਚ ਹੀ ਲਾ ਚੁੱਕੇ ਹਾਂ। ਸੋ ਮੈਂ ਕਈਆਂ ਨੂੰ ਪੁੱਛਿਆ ਕਿ ਕੋਈ ਸਿਫਾਰਿਸ਼ ਤਾਂ ਨਹੀਂ ਲਾਉਣੀ ਪਈ, ਕੋਈ ਰਿਸ਼ਵਤ ਤਾਂ ਨਹੀਂ ਦੇਣੀ ਪਈ? ਉਹ ਕਹਿੰਦੇ ਬਿਲਕੁਲ ਨਹੀਂ, ਕਿਉਂਕਿ 3-4 ਬਰੀਕ ਝਾਰਨੇ ਲੱਗਦੇ ਨੇ। ਰੈਜ਼ਮੇ ਦੇਖ ਕੇ ਉਸ ਤੋਂ ਬਾਅਦ ਕਮੇਟੀ ਬਹਿੰਦੀ ਹੈ, ਕਮੇਟੀ ਫਿਰ ਡਿਸਾਈਡ ਕਰਦੀ ਹੈ। ਕਈ ਅਸੀਂ ਨਹੀਂ ਉਹ ਜਿਹੜੇ ਸਾਡੇ ਪੈਰਾਮੀਟਰਸ ਨੇ ਉਹਨਾਂ ਨੂੰ ਨਹੀਂ ਉਹਨਾਂ ਨੇ ਮੈਚ ਕੀਤਾ ਤਾਂ ਉਹਨਾਂ ਨੂੰ ਮਨਾ ਵੀ ਕੀਤਾ ਗਿਆ। ਫਿਰ ਦੁਬਾਰਾ ਹੋਰ ਬੁਲਾਏ ਨੇ, ਉਹਨਾਂ ਚੋਂ ਜਿਹੜਾ ਚੁਣ ਕੇ ਇਹ 30 ਜਿਹੜੇ ਨੇ ਬੈਸਟ ਚੁਣੇ ਗਏ ਨੇ। ਬਜਟ ਸੈਸ਼ਨ ਤੋਂ ਮੈਂ ਇਹ ਜ਼ਰੂਰ ਕਹਾਂਗੀ ਕਿ ਅੱਜ ਕਿਉਂਕਿ ਇੰਟਰਨੈਸ਼ਨਲ ਵੂਮਨਸ ਡੇ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਪੰਜਾਬ ਦੇ ਸਭ ਤੋਂ ਪਹਿਲੇ ਮਹਿਲਾ ਫਾਈਨੈਂਸ ਮਿਨਿਸਟਰ ਸਾਡੀ ਬੀਬੀ ਉਪਿੰਦਰਜੀਤ ਕੌਰ ਇਸ ਗੁਰੂ ਸਾਹਿਬ ਦੇ ਧਰਤੀ ਤੋਂ ਉਹਨਾਂ ਨੇ ਨੁਮਾਇੰਦਗੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ। ਤੇ ਮੈਂ ਆ ਵੀ ਕਹਿ ਸਕਦੀ ਹਾਂ ਕਿ ਉਹਨਾਂ ਦੇ ਅੰਡਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਜਿੱਥੇ ਪੰਜਾਬ ਦੀ ਬੇਤਹਾਸ਼ਾ ਤਰੱਕੀ ਹੋਈ, ਬੇਮਿਸਾਲ ਸੜਕਾਂ ਹੋਣ, 에ਅਰਪੋਰਟ ਹੋਏ, ਬਿਜਲੀ ਹੋਏ, ਹਰੇਕ ਵਰਗ ਨੂੰ ਆਟਾ ਦਾਲ ਦੀ ਮੁਹਿੰਮ ਹੋਏ, ਪੈਨਸ਼ਨ, ਸ਼ਗਨ, ਪੰਜਾਬ ਦੇ ਕੋਨੇ-ਕੋਨੇ ਵਿੱਚ ਵਿਕਾਸ ਦੀ ਲਹਿਰ ਨਜ਼ਰ ਆਉਂਦੀ ਹੈ। ਉਹਦੇ ਬਾਅਦ ਇਹਨਾਂ 6-7 ਸਾਲਾਂ 'ਚ ਜਿੰਨੇ ਬਜਟ ਪੇਸ਼ ਹੋਏ ਨੇ ਉਹ ਕੱਲੇ ਕਾਗਜ਼ ਕਾਲੇ ਕੀਤੇ ਗਏ ਨੇ। ਵੱਡੀ ਵੱਡੀ ਗੱਲਾਂ, ਵੱਡੇ ਵੱਡੇ ਦਾਅਵੇ ਤੇ ਵੱਡੇ ਵੱਡੇ ਵਾਅਦਿਆਂ ਤੋਂ ਸਿਵਾ ਪੰਜਾਬ ਨੂੰ ਕਰਜ਼ਾਈ ਬਣਾਇਆ ਗਿਆ। 5 ਸਾਲ ਕਾਂਗਰਸ ਨੇ 1 ਲੱਖ ਕਰੋੜ ਦਾ ਕਰਜ਼ਾ ਚਾੜਤਾ, ਲੇਕਿਨ 1 ਲੱਖ ਕਰੋੜ ਦੇ ਨਾਲ ਪੰਜਾਬ ਦੇ ਕਿਹੜੇ ਕੋਨੇ 'ਚ ਉਹ ਕਿਹੜੀ ਵੱਡੀ ਚੀਜ਼ ਬਣੀ ਹੈ ਜਾਂ ਕਿਸ ਵਰਗ ਨੂੰ ਕਿਹੜੀ ਸਹੂਲਤ ਮਿਲੀ ਹੈ? ਹਕੀਕਤ ਹੈ ਕਿ ਲੁੱਟ ਕੇ 1 ਲੱਖ ਕਰੋੜ ਕਾਂਗਰਸ ਖਾ ਗਈ ਤੇ ਇਸ ਨਿਕੰਮੀ ਸਰਕਾਰ ਨੇ ਬਦਲਾਵ ਦੀ ਵੱਡੀਆਂ ਗੱਲਾਂ ਕਰਕੇ, ਗਾਰੰਟੀਆਂ ਦੇ ਕੇ 1000 ਰੁਪਏ ਬੀਬੀਆਂ ਦੇ ਖਾਤੇ ਵਿੱਚ ਪਹੁੰਚਾਉਣਗੇ, ਹਰ ਬੇਰੋਜ਼ਗਾਰ ਨੂੰ ਨੌਕਰੀ ਕੀ, ਵਿਦੇਸ਼ 'ਚ ਬੈਠੇ ਬੱਚੇ ਗੋਰੇ ਆ ਕੇ ਪੰਜਾਬ 'ਚ ਕੰਮ ਕਰਨਗੇ। ਵੱਡੀ ਗਾਰੰਟੀਆਂ ਕਰਨ ਦੇ ਬਾਵਜੂਦ ਇਹਨਾਂ ਨੇ ਕਹਿੰਦੇ ਸੀ ਅਸੀਂ ਪੈਸੇ ਨਸ਼ਾ ਤਾਂ ਖਤਮ ਕਰਾਂਗੇ ਲੇਕਿਨ ਕਰਪਸ਼ਨ ਖਤਮ ਕਰਕੇ 35,000 ਕਰੋੜ ਸਾਲ ਦਾ ਕਮਾਵਾਂਗੇ। 1 ਸਾਲ ਨਿਕਲ ਗਿਆ, 35,000 ਕਰੋੜ ਦਾ ਕੀ ਕਮਾਣਾ, ਨਸ਼ਾ ਤਾਂ ਕੀ ਖਤਮ ਕਰਨਾ। 40,000 ਕਰੋੜ ਦਾ ਕਰਜ਼ਾ ਚਾੜਤਾ ਹੈ ਪੰਜਾਬ ਦੇ ਉੱਤੇ ਸਾਲ ਭਰ 'ਚ ਇਸ ਆਮ ਆਦਮੀ ਦੀ ਝੂਠੀ ਸਰਕਾਰ ਨੇ। ਸੋ ਬਜਟ ਜਿਹੜਾ ਹੋਊਗਾ, ਜਿਵੇਂ ਮੈਂ ਕਿਹਾ, ਇੱਕ ਫੰਡ ਅਗਵਾਈ ਕਰ ਰਿਹਾ ਹੈਗਾ, ਮਾਫ ਕਰਨਾ, ਸਾਡੇ ਸੂਬੇ ਦੀ ਗੱਲਾਂ ਮਾਰਨਗੇ, ਵੱਡੀਆਂ ਗਾਰੰਟੀਆਂ ਗੱਲਾਂ ਕਰਕੇ। ਅੱਜ ਪੰਜਾਬ ਦੀ ਇਕਨੋਮੀ ਦਾ ਬੁਰਾ ਹਾਲ ਹੈ, ਇੰਡਸਟਰੀ ਦਾ ਬੁਰਾ ਹਾਲ ਹੈ, ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ,
ਹਰ ਪੱਖੋਂ ਪੰਜਾਬ ਦਾ ਬੁਰਾ ਹਾਲ ਹੈ ਤੇ ਗੱਲਾਂ ਦੇ ਨਾਲ ਇਹ ਸੋਚਦੇ ਨੇ ਕਿ ਗੱਲਾਂ ਮਾਰ ਕੇ ਸਾਲ ਟਪਾਤਾ 4 ਸਾਲ ਵੋਟ ਪਾ ਦਈਏ। ਦੁੱਖ ਦੀ ਗੱਲ ਕਿ ਪੰਜਾਬ ਨੂੰ ਹਰ ਪੱਖੋਂ ਪਿੱਛੇ ਧੱਕਿਆ ਜਾ ਰਿਹਾ ਹੈ। ਇਹ ਮੈਂ ਨਹੀਂ, ਇਹ ਆંકੜੇ ਦਾ ਪਾਰਲੀਮੈਂਟਰੀ ਹਿਸਟਰੀ ਦੇ ਵਿੱਚ ਤੇ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਅੱਜ ਬੜਾ ਹੀ ਇੱਕ ਮੰਦਭਾਗਾ ਹੋਇਆ ਜੋ ਕਦੀ ਵੀ ਨਹੀਂ ਹੁੰਦਾ। ਗਵਰਨਰ ਐਡਰੈਸ ਹੁੰਦਾ ਹੈ ਜੋ ਗਵਰਨਰ ਸਾਹਿਬ ਹਰ ਸਾਲ ਦੀ ਸ਼ੁਰੂਆਤ ਦੇ ਵਿੱਚ ਤੇ ਜਦੋਂ ਵੀ ਨਵੀਂ ਸਰਕਾਰ ਦਾ ਗਠਨ ਹੁੰਦਾ ਉਹਦੇ ਤੇ ਇੱਕ ਐਡਰੈਸ ਹੈ। ਇਹ ਕਨਸਟੀਟਿਊਸ਼ਨਲ ਪ੍ਰੋਸੀਜਰ ਹੈ, ਇਹ ਸੰਵਿਧਾਨਕ ਰੀਤਾਂ ਨੇ ਤੇ ਜਿਹੜੀ ਸੰਵਿਧਾਨਿਕ ਰੀਤਾਂ ਨੂੰ ਅੱਜ ਜਿਹੜੀ ਠੇਸ ਪਹੁੰਚਾਈ ਹੈ ਤੇ ਉਹਨਾਂ ਲੋਕਾਂ ਨੇ ਪਹੁੰਚਾਈ ਹੈ ਜਿਨ੍ਹਾਂ ਪੰਜਾਬ ਨੂੰ ਰੱਜ ਕੇ ਲੁੱਟਿਆ, ਜਿਨ੍ਹਾਂ ਨੂੰ ਮੌਕਾ ਮਿਲਿਆ ਸੀਗਾ ਪੰਜਾਬ ਦੇ ਵਿੱਚ ਸਕੂਲ ਬਣਾਉਣ ਦਾ, ਪੰਜਾਬ ਦੇ ਵਿੱਚ ਹਸਪਤਾਲ ਬਣਾਉਣ ਦਾ, ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਉਂਦਾ, ਆਪਣੀ ਵਾਰੀਆਂ ਦੇ ਵਿੱਚ ਰੱਜ ਕੇ ਲੁੱਟਿਆ। ਤੇ ਹੁਣ ਜਦੋਂ ਪੰਜਾਬ ਨੂੰ ਇੱਕ ਇਮਾਨਦਾਰ ਸਰਕਾਰ ਮਿਲੀ ਹੈ, ਜਦੋਂ ਪੰਜਾਬ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਤਾਂ ਉਹ ਗਵਰਨਰ ਐਡਰੈਸ ਤੇ ਵੀ ਉਹਨਾਂ ਨੂੰ ਅੱਜ ਜਿਹੜਾ ਇਤਰਾਜ਼ ਹੈ ਉਸ ਤੋਂ ਬਾਅਦ ਗਵਰਨਰ ਦੇ ਐਡਰੈਸ ਤੇ ਬਹਿਸ ਹੋਣੀ ਹੈ। ਜੋ ਮਰਜ਼ੀ ਕਰੋ, ਜਿਹੜੇ ਤੁਸੀਂ ਤੱਥ ਰੱਖਣੇ ਆ, ਜੋ ਤੁਸੀਂ ਝੂਠ ਬੋਲਣਾ ਰੱਜ ਕੇ ਬੋਲੋ, ਪਰ ਇੱਕ ਅਨਕਨਸਟੀਟਿਊਸ਼ਨਲ ਇਹ ਕੰਮ ਹੋਇਆ। मैं देखिए दिस इज द प्रेरोगेटिव ऑफ आवर होम मिनिस्टर। जो सीएम साहब के पास ये विभाग है तो चीफ मिनिस्टर देंगे। मैं बस ये कहना चाहूँगा कि आज एक पंजाब में आज की सुबह हमारे बतौर शिक्षा मंत्री मेरे लिए एक और अच्छे दिन की शुरुआत थी कि आज दूसरा बैच ऑफ प्रिंसिपल्स वो सिंगापुर गया है 30 प्रिंसिपल्स अवार्ड्स। तो अभी तक 66 टोटल प्रिंसिपल्स सिंगापुर जा चुके हैं। ये वाला जो बैच गया है वो नेशनल इंस्टीट्यूट ऑफ एजुकेशन NIE जो देश पूरे दुनिया में जिसका नाम है वहाँ गया है। और इन सब प्रिंसिपल्स पूरे पंजाब के अलग अलग हिस्सों में नेशनल अवार्डीज़ हैं, स्टेट अवार्डीज़ हैं, वो गए हैं और ये सिलसिला जारी है। फिर आपसे बेनती है मेरी, ये प्रेरोगेटिव हमारे चीफ मिनिस्टर्स का। मैं आपको ये यकीन दिला सकता हूँ कि पंजाब में एक बहुत मजबूत सरकार है, एक ऐसे मुख्यमंत्री हैं जो अब तक की पंजाब के इतिहास में सबसे ईमानदार हैं, सबसे स्ट्रॉन्ग हैं। तो मैं कोई भी ऐसा शख्स जो पंजाब की अमन शांति से खेलना चाहेगा, जो पंजाब की आपसी भाईचारे से खेलना चाहेगा, हमारे मुख्यमंत्री बर्दाश्त नहीं करेंगे।